हाँ जी भाई साहब, की मकसद है जी 1 तरीक ਨੂੰ ਜਿਹੜਾ ਤੁਸੀਂ ਹੋਕਾ ਦਿੱਤਾ? 1 ਅਗਸਤ ਦਾ ਜਿਹੜਾ ਹੋਕਾ ਦਿੱਤਾ ਗਿਆ ਆ ਉਹ ਇਸ ਕਰਕੇ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਢਾਉਣੀ ਔਰ ਜਿਹੜੀ ਪੁਰਾਤਨ ਵਿਰਾਸਤ ਨਿਕਲੀ ਜੋੜਾ ਘਰ ਦੀ ਬਣਾਉਣ ਦੀ ਖੁਦਾਈ ਦੇ ਸਮੇਂ ਉਸ ਨੂੰ ਪੂਰਨਾ। ਬਾਕੀ ਸਰਾਵਾਂ ਦੇ ਵਿੱਚ ਇਹਨਾਂ ਨੂੰ ਮੋਟੀ ਕਮਾਈ ਆਉਂਦੀ ਹੈ ਕਿਉਂਕਿ ਏਸੀ ਕਮਰੇ ਬਣਾ ਕੇ ਇਹ ਕਿਰਾਏ 'ਤੇ ਚੜ੍ਹਦੇ ਨੇ। ਇੱਥੋਂ ਇਹਨਾਂ ਨੂੰ ਕਮਾਈ ਕੋਈ ਨਹੀਂ ਆਉਂਦੀ, ਇਹ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ। 20,000 ਪ੍ਰਾਣੀ ਅੱਜ ਵੀ ਉੱਥੇ ਰਹਿ ਸਕਦੇ ਨੇ। ਜਾਣ ਬੁੱਝ ਕੇ ਉਹਨੂੰ ਬੰਦ ਕਰਕੇ ਪ੍ਰਾਣੀ ਢਹਿ ਢੇਰੀ ਵਿਖਾ ਕੇ ਧੋਖਾ ਕੀਤਾ ਜਾ ਰਿਹਾ। ਸਰਵੇਖਣ ਅੱਜ ਕਰਾ ਲਓ। 1984 ਦੀ ਕੋਈ ਨਿਸ਼ਾਨੀ ਜੇ ਬਚੀ ਹੈ, ਇਹ ਕੇਵਲ ਸਰਾਂ ਬਚੀ ਹੈ, ਹੋਰ ਬਾਕੀ ਇਹਨਾਂ ਰਹਿਣ ਨਹੀਂ ਦਿੱਤਾ। ਕਾਰ ਸੇਵਾ ਦੇ ਨਾਮ ਹੇਠ ਸਰਕਾਰ ਸੇਵਾ ਤੇ ਮਾਰ ਸੇਵਾ ਕੀਤੀ ਹੈ। ਸਮੇਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਸਿਆਸੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਜਾਂਦੇ ਸਨ ਕਿ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਕਿ ਬੇਦਮੀ ਦੇ ਜਿਨ੍ਹਾਂ ਨੇ ਕੀਤੀ ਆ ਉਹ ਦੋਸ਼ੀਆਂ ਨੂੰ ਜਿਹੜਾ ਆ ਜੇਲ੍ਹ ਦੇ ਅੰਦਰ ਕੀਤਾ ਜਾਊਗਾ। ਪਰ ਹੁਣ ਕੀ ਤੁਹਾਨੂੰ ਕੀ ਲੱਗਦਾ ਆ ਕਿ ਪ੍ਰਧਾਨ ਬਣ ਗਏ ਨੇ, ਕੀ ਹੁਣ ਜਿਹੜੇ ਜਿਨ੍ਹਾਂ ਦੁਆਰਾ ਬੇਦਬੀ ਕੀਤੀ ਗਈ ਸੀ ਉਹ ਦੋਸ਼ੀ ਜਿਹੜੇ ਨੇ ਗਿਰਫਤ ਦੇ ਵਿੱਚ ਹੋਣਗੇ? ਹਾਂ, ਇਹ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ 'ਤੇ ਇਹ ਗੱਲ ਤਾਂ ਸਾਹਮਣੇ ਆ ਜਾਏਗੀ ਨਾ। ਅੱਗੇ ਤਾਂ ਇਹ ਕਹਿੰਦੇ ਸੀ ਹਮ ਤੋਂ ਕਰਨਾ ਚਾਹਤੇ ਹੈ ਉਹ ਕਰਨੇ ਨਹੀਂ ਦੇਤੇ, ਪਰ ਹੁਣ ਇਹ ਕਹਿ ਨਹੀਂ ਸਕਦਾ। ਕਿਉਂ? ਹੁਣ ਖੁਦ ਪ੍ਰਧਾਨ ਹੈ। ਅਤੇ ਜੇ ਪ੍ਰਧਾਨ ਬਣ ਕੇ ਉਹ 328 ਸਰੂਪਾਂ ਦੀ ਗੱਲ ਨਾ ਕਰ ਸਕਿਆ, ਦੋਸ਼ੀ ਕਾਂਡ ਇਹ ਜਿਹੜੇ ਬੰਦੇ ਨੇ ਨਾ ਫੜ ਸਕਿਆ, ਤੇ ਪੰਜਾਬ ਦੇ ਲੋਕੋ ਫਿਰ ਇਸ ਸਿੱਧੂ ਸਾਹਿਬ 'ਤੇ ਕੋਈ ਭਰੋਸਾ ਨਾ ਕਰਿਓ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰ ਸਕਿਆ। ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਰਹਿਬਰ ਨੇ, ਸਮੁੱਚੀ ਮਾਨਵਤਾ ਨੂੰ ਕਲਾਵੇ 'ਚ ਲੈ ਕੇ ਪਿਆਰ ਦੇਣ ਵਾਲੇ ਨੇ। ਫਿਰ ਉਹਨਾਂ ਤੋਂ ਬਾਕੀ ਆਸਾਂ ਉਮੀਦਾਂ ਕਰਨੀਆਂ ਇਹ ਬੇਵਕੂਫੀ ਹੋ ਸਕਦੀ। ਕੀ ਹੁਣ ਤੁਹਾਨੂੰ ਲੱਗਦਾ ਕਿ ਜੇਕਰ ਸਿੱਧੂ ਕਰਨਾ ਵੀ ਚਾਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹਦੇ ਵਿੱਚ ਦਖਲ ਨਹੀਂ ਦੇਵੇਗਾ, ਔਰ ਜੇਕਰ ਕੈਪਟਨ ਦਖਲ ਦਿੰਦਾ ਹੈ ਤਾਂ ਸਿੱਧੂ ਵੱਲੋਂ ਉਹਦਾ ਕੀ ਜਵਾਬਦੇਹੀ ਹੋਏਗੀ? ਇਹ ਸਿੱਧੂ ਸਾਹਿਬ ਵੀ ਦੱਸਣ ਕਿ ਉਹਨਾਂ ਨੇ ਪ੍ਰਧਾਨਗੀ ਕਾਹਦੇ ਲਈ ਲਈ ਆ। ਜੇ ਉਸ ਪ੍ਰਧਾਨਗੀ ਦੇ ਵਿੱਚ ਕੋਈ ਕੰਮ ਹੀ ਹੈ ਨਹੀਂ, ਪ੍ਰਧਾਨ ਮੁੱਖ ਮੰਤਰੀ ਨੂੰ ਕੰਨੋਂ ਫੜ ਕੇ ਲਾ ਵੀ ਸਕਦਾ ਹੈ ਅਤੇ ਸਰੋਪਾ ਪਾ ਕੇ ਲਾ ਵੀ ਸਕਦਾ ਹੈ। ਗੱਲ ਕਰਾਂਗੇ, ਤੁਸੀਂ ਪੁਰਾਤਨ ਇਮਾਰਤਾਂ ਦਾ ਮਸਲਾ ਚੁੱਕਿਆ ਸੀ ਤਾਂ SGPC ਵੱਲੋਂ ਜਿਹੜਾ ਉਸ ਗੱਲ 'ਤੇ ਗੌਰ ਨਹੀਂ ਕੀਤਾ ਗਿਆ, ਸਗੋਂ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਹਦੇ 'ਤੇ ਹੀ ਉਹਨਾਂ ਨੇ ਜਿਹੜਾ ਆਪਣਾ ਕੰਮ ਮੁਕੰਮਲ ਕਰ ਲਿਆ। ਤਾਂ ਕਿਵੇਂ ਵੇਖਦੇ ਹੋ ਕਿ ਉਹ ਤੁਹਾਡੀ ਗੱਲ ਨੂੰ ਅਣਗੌਲਿਆ ਕੀਤਾ ਗਿਆ? ਉਹਨਾਂ ਸਾਡੀ ਗੱਲ ਨੂੰ ਅਣਗੌਲਿਆ ਨਹੀਂ ਕੀਤਾ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਇਹ ਸਮੁੱਚੇ ਸਿੱਖ ਜਗਤ ਦੀ ਗੱਲ ਆ, ਕਿਉਂਕਿ ਸਮੁੱਚੇ ਸਿੱਖ ਜਗਤ ਦੇ ਅਸੀਂ ਕੀਰਤਨੀਏ, ਨਾ ਕਿ ਬਾਦਲ ਕਿਆਂ ਦੇ। ਸਮੁੱਚੇ ਸਿੱਖ ਜਗਤ ਦੀ ਜਿਹੜੀ ਆਵਾਜ਼ ਹੈ ਉਹ ਆਏ ਅਸੀਂ ਕੀਰਤਨੀਏ ਗੁਰੂ ਘਰ ਦੇ। ਔਰ ਉਹ ਆਵਾਜ਼ ਜਿਹੜੀ ਸੀ, ਜੇ ਇਹਨਾਂ ਬਾਦਲ ਕਿਆਂ ਨੂੰ ਚੰਗੀ ਨਹੀਂ ਲੱਗੀ, ਇੱਥੋਂ ਸਾਫ਼ ਹੈ ਇਹ ਅਕਾਲੀ ਦਲ ਨਹੀਂ, ਇਹ ਕਾਲੀ ਦਾਲ ਹੈ। ਭਾਈ ਸਾਹਿਬ, ਬੀਬੀ ਜਗੀਰ ਕੌਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਸਿੱਖੀ ਨੂੰ ਲੈ ਕੇ ਮਸਲਾ ਹੈਗਾ ਤਾਂ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ, ਪਬਲਿਕ ਜਾਂ ਮੀਡੀਆ ਦੇ ਵਿੱਚ ਉਸ ਨੂੰ ਨਾ ਉਜਾਗਰ ਕੀਤਾ ਜਾਵੇ। ਕਿਵੇਂ ਵੇਖਦੇ ਉਹਨਾਂ ਦੇ ਬਿਆਨ ਨੂੰ? ਜੇ ਇਸ ਗੱਲ ਨੂੰ ਤੁਸੀਂ ਵੇਖਦੇ ਹੋ ਤਾਂ 328 ਸਰੂਪ ਚੋਰੀ ਜੋ ਵੇਚੇ ਗਏ ਆ ਬਾਦਲ ਕੋੜਮੇ ਵੱਲੋਂ, ਬਿਲਕੁਲ ਤੁਸੀਂ ਮੀਡੀਆ 'ਚ ਨਾ ਜਾਓ, ਬਾਹਰ ਰੌਲਾ ਨਾ ਪਾਓ। ਅਕਾਲ ਤਖਤ ਸਾਹਿਬ 'ਤੇ ਅਸੀਂ ਤਾਂ ਮੱਥਾ ਟੇਕਣ ਵੀ ਜਾਈਏ, ਇਹਨਾਂ ਦੀ ਟਾਸਕ ਫੋਰਸ ਗੁੰਡਾ ਬ੍ਰਿਗੇਡ ਪਹਿਲਾਂ ਡਾਂਗਾਂ ਲੈ ਕੇ ਕਿਰਪਾਨਾਂ ਲੈ ਕੇ ਖੜੀ ਹੁੰਦੀ ਆ ਸਿੱਖ ਨੌਜਵਾਨਾਂ ਨੂੰ ਕੁੱਟਣ ਵਾਸਤੇ, ਅਤੇ ਫਿਰ ਉਹ ਸਿੱਖ ਬੈਠ ਕੇ ਕਿੱਥੇ ਗੱਲ ਕਰਨ? ਇੱਥੇ ਹੀ ਕਰਨਗੇ ਨਾ। ਅਤੇ ਜੇ ਉਹਨਾਂ ਨੂੰ ਕੋਈ ਮਾੜੀ ਮੋਟੀ ਕੋਈ ਚਿਣਗ ਉਹਨਾਂ ਦੇ ਅੰਦਰ ਹੈ ਅਤੇ ਫਿਰ ਆ ਥੜੇ 'ਤੇ 9 ਮਹੀਨੇ ਬੈਠਿਆਂ ਨੂੰ ਹੋ ਗਏ, ਇਹਨਾਂ ਨੂੰ ਸ਼ਰਮ ਨਾ ਆਈ ਵੀ ਅਸੀਂ ਜਾ ਕੇ ਗੱਲ ਕਰੀਏ? 322 ਦੀ ਇਲੈਕਸ਼ਨ ਕਰੀਬ ਆ, ਜੇਕਰ ਮੌਜੂਦਾ ਸਰਕਾਰ ਵੱਲੋਂ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਏਸੀ ਦਾ ਹਰਜਾਨਾ ਜਿਹੜਾ ਆ ਪੰਜਾਬ ਦੇ ਲੋਕ ਦੇਣਗੇ। ਗੁਰਬਾਣੀ ਦੀ ਪੋਥੀ ਫੜ ਕੇ ਝੂਠ ਬੋਲਣ ਵਾਲੇ ਕੈਪਟਨ ਨੂੰ ਖਮਿਆਜਾ ਇਹਦਾ ਭੁਗਤਣਾ ਪੈਣਾ ਹੈ ਜੇ ਕਿਧਰੇ ਉਹਨੇ ਇਹ ਇਨਸਾਫ ਨਾ ਕੀਤਾ।
1 ਅਗਸਤ ਨੂੰ ਜ਼ਰੂਰ ਪਹੁੰਚੋ ਤਾਂ ਜੋ ਮਤੇ ਪਾਸ ਕਰਕੇ ਸੰਗਤ ਨੂੰ ਦਿੱਤੇ ਜਾਣ, ਜਿਨ੍ਹਾਂ ਤੇ ਪਹਿਰਾ ਦੇ ਕੇ ਅਸੀਂ ਆਪਣੀਆਂ ਵਿਰਾਸਤਾਂ ਬਚਾਉਣੀਆਂ ਨੇ। ਔਰ ਇਹ ਨਰੈਣੂ ਕੋੜਮਾ ਧੜਾ ਧੜ ਲੱਗਾ ਹੋਇਆ ਹੈ। ਇਹਨਾਂ ਨੇ ਕੋਈ ਵੀ ਚੀਜ਼ ਤੁਹਾਡੀ ਅਜਿਹੀ ਨਹੀਂ ਰਹਿਣ ਦੇਣੀ ਜਿਹਨੂੰ ਵੇਖ ਕੇ ਸਾਡੀ ਆਉਣ ਵਾਲੀ ਪਨੀਰੀ ਨੂੰ ਕਿਧਰੇ ਸਿੱਖੀ ਦੀ ਕਿਰਨ ਜਾਂ ਸਿੱਖੀ ਸਿਧਾਂਤ ਨਜ਼ਰ ਆ ਜਾਣ। ਇਹ ਤਾਂ ਇਹ ਚਾਹੁੰਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਆਉਣ ਸਿੱਖਾਂ ਦੇ ਬੱਚੇ ਜਦੋਂ ਦਰਸ਼ਨ ਕਰਕੇ ਜਾਣ ਤੇ ਉਹਨਾਂ ਨੂੰ ਪੁੱਛੋ, ਬੱਚਿਓ ਅੰਮ੍ਰਿਤਸਰ ਸਾਹਿਬ ਗਏ ਹੀ ਕੀ ਵੇਖ ਕੇ ਆਏ? ਉਹ ਕਹਿੰਦੇ ਜੀ ਕੁਲਚੇ ਛੋਲੇ ਅੰਮ੍ਰਿਤਸਰੀ, ਭਰਾਵਾਂ ਦਾ ਢਾਬਾ, ਆ ਨੱਚਦੇ ਬੁੱਤ ਜਿਹੜੇ ਇੱਥੋਂ ਉਦੋਂ ਸਿੱਖਾਂ ਨੇ ਪੁੱਟੇ ਸੀਗੇ, ਆਹ ਕੁਛ ਇਹਨਾਂ ਨੇ ਤੁਹਾਨੂੰ ਪਰੋਸ ਕੇ ਦਿੱਤਾ ਜੀ। ਭਾਈ ਬਲਦੇਵ ਸਿੰਘ ਵਡਾਲਾ ਜੀ ਵੱਲੋਂ 1 ਅਗਸਤ ਨੂੰ ਸਿੱਖ ਜਥੇਬੰਦੀਆਂ ਨੂੰ ਇਕੱਠ ਦਾ ਸੱਦਾ ਦਿੱਤਾ ਗਿਆ ਆ। ਗੱਲਬਾਤ ਕਰਦੇ ਆ ਔਰ ਜਾਣਦੇ ਆ ਕਿ ਕੀ ਮਕਸਦ ਹੈਗਾ 1 ਤਰੀਕ ਦਾ। ਹਾਂਜੀ ਭਾਈ ਸਾਹਿਬ, ਕੀ ਮਕਸਦ ਹੈ ਜੀ 1 ਤਰੀਕ ਨੂੰ ਜਿਹੜਾ ਤੁਸੀਂ ਹੋਕਾ ਦਿੱਤਾ? 1 ਅਗਸਤ ਦਾ ਜਿਹੜਾ ਹੋਕਾ ਦਿੱਤਾ ਗਿਆ ਆ ਉਹ ਇਸ ਕਰਕੇ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਢਾਉਣੀ ਔਰ ਜਿਹੜੀ ਪੁਰਾਤਨ ਵਿਰਾਸਤ ਨਿਕਲੀ ਜੋੜਾ ਘਰ ਦੀ ਬਣਾਉਣ ਦੀ ਖੁਦਾਈ ਦੇ ਸਮੇਂ ਉਸ ਨੂੰ ਪੂਰਨਾ, ਚੱਲਦੇ ਕੰਮ ਨੂੰ ਨਾ ਰੋਕਣਾ। ਔਰ ਉਹਦੇ ਸਾਡੇ ਵੱਲੋਂ ਆਵਾਜ਼ ਦਿੱਤੀ ਗਈ, ਪੁਲਿਸ ਪ੍ਰਸ਼ਾਸਨ ਦੀਆਂ ਇਹ ਕਹਿ ਰਹੀ ਹੈ ਮਿਲੀ ਭੁਗਤ ਕਹਿ ਲਓ, ਉਹ ਸਾਰੇ ਕੁਛ ਨੂੰ ਧਿਆਨ 'ਚ ਰੱਖਦਿਆਂ 1 ਅਗਸਤ ਨੂੰ ਹੋਕਾ ਦਿੱਤਾ ਗਿਆ ਕਿ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਇਸ ਪੰਥਕ ਹੋਕੇ ਦੀ ਜਗ੍ਹਾ 'ਤੇ ਪਹੁੰਚਣ ਤਾਂ ਜੋ ਅਗਲਾ ਪ੍ਰੋਗਰਾਮ ਸੰਗਤ ਨੂੰ ਦਿੱਤਾ ਜਾ ਸਕੇ। ਕਿਉਂਕਿ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਦਾ ਮਸਲਾ ਹੈ, ਉੱਥੇ ਉਹ ਆਪਣੇ ਕਹਿ ਲਈਏ ਕਿ ਦਰਬਾਰ ਸਾਹਿਬ ਜੀ ਦੇ ਆਲੇ ਦੁਆਲੇ ਨੂੰ ਖੋਖਲਾ ਕਰਨਾ, ਪੁਰਾਣੀਆਂ ਵਿਰਾਸਤਾਂ ਨੂੰ ਖਤਮ ਕਰਨਾ, ਦਰਬਾਰ ਸਾਹਿਬ ਦੀ ਦਿੱਖ ਨੂੰ ਵਿਗਾੜਨਾ, ਉੱਚੀਆਂ ਉੱਚੀਆਂ ਸਰਾਵਾਂ ਚੁੱਕ ਕੇ, ਔਰ ਲੋੜਵੰਦ ਜਿਹੜੇ ਗੁਰਸਿੱਖ ਆਉਂਦੇ ਨੇ ਦਰਬਾਰ ਸਾਹਿਬ ਨਮਸਕਾਰ ਕਰਨ, ਕਿਉਂਕਿ ਉਹਨਾਂ ਨੂੰ 100 ਰੁਪਈਆ ਦੇਣਾ ਪੈਂਦਾ ਜਿਹੜਾ ਸਵੇਰੇ ਵਾਪਸ ਮਿਲ ਜਾਂਦਾ ਹੈ। ਬਾਕੀ ਸਰਾਵਾਂ ਦੇ ਵਿੱਚ ਇਹਨਾਂ ਨੂੰ ਮੋਟੀ ਕਮਾਈ ਆਉਂਦੀ ਹੈ ਕਿਉਂਕਿ ਏਸੀ ਕਮਰੇ ਬਣਾ ਕੇ ਇਹ ਕਿਰਾਏ 'ਤੇ ਚੜ੍ਹਦੇ ਨੇ। ਇੱਥੋਂ ਇਹਨਾਂ ਨੂੰ ਕਮਾਈ ਕੋਈ ਨਹੀਂ ਆਉਂਦੀ, ਇਹ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ। 20,000 ਪ੍ਰਾਣੀ ਅੱਜ ਵੀ ਉੱਥੇ ਰਹਿ ਸਕਦੇ ਨੇ। ਜਾਣ ਬੁੱਝ ਕੇ ਉਹਨੂੰ ਬੰਦ ਕਰਕੇ ਪ੍ਰਾਣੀ ਢਹਿ ਢੇਰੀ ਵਿਖਾ ਕੇ ਧੋਖਾ ਕੀਤਾ ਜਾ ਰਿਹਾ। ਸਰਵੇਖਣ ਅੱਜ ਕਰਾ ਲਓ, ਬਹੁਤ ਵਧੀਆ ਢੰਗ ਨਾਲ ਸਰਾਂ ਬਣੀ ਹੋਈ ਹੈ, ਉਹ 1000 ਸਾਲ ਵੀ ਕਿਤੇ ਜਾਣ ਵਾਲੀ ਨਹੀਂ। ਇਸ ਲਈ ਉਸ ਸਰਾਂ ਨੂੰ ਰੋਕਣਾ, 32,000 ਕਰੋੜ ਦਾ ਕੇਸ ਕੇਂਦਰ ਕੋਲੇ ਹਾਰਨ ਲਈ ਇਹ ਸ਼੍ਰੋਮਣੀ ਕਮੇਟੀ ਤੇ ਕਾਬਜ਼ ਨਰੈਣੂ ਕੋੜਮਾ ਜਾਣ ਬੁੱਝ ਕੇ ਉਸ ਨੂੰ ਤੋੜਨਾ ਚਾਹੁੰਦਾ ਹੈ। ਕਿਉਂਕਿ ਸਿੱਖਾਂ ਦੀ 1984 ਦੀ ਕੋਈ ਨਿਸ਼ਾਨੀ ਜੇ ਬਚੀ ਹੈ, ਇਹ ਕੇਵਲ ਸਰਾਂ ਬਚੀ ਹੈ, ਹੋਰ ਬਾਕੀ ਇਹਨਾਂ ਰਹਿਣ ਨਹੀਂ ਦਿੱਤਾ। ਕਾਰ ਸੇਵਾ ਦੇ ਨਾਮ ਹੇਠ ਸਰਕਾਰ ਸੇਵਾ ਤੇ ਮਾਰ ਸੇਵਾ ਕੀਤੀ ਹੈ। ਔਰ ਦੂਸਰੇ ਪਾਸਿਓ ਜਿੱਥੇ ਜੋੜਾ ਘਰ ਸੀ ਉੱਥੇ ਨਿਕਲੀ ਹੋਈ ਪੁਰਾਤਨ ਵਿਰਾਸਤ ਉਹਨੂੰ ਤਾਂ ਵਿਖਾਇਆ ਨਹੀਂ, ਉਲਟਾ ਨੇੜਿਓਂ ਬਾਕੀ ਹੁੰਜ ਕੇ ਜ਼ਰੂਰ ਬਾਹਰ ਸੁੱਟ ਦਿੱਤੀ ਹੈ। ਕੰਮ ਨੂੰ ਰੋਕਣ ਦੀ ਬਜਾਏ ਜੰਗੀ ਪੱਧਰ 'ਤੇ ਕੀਤਾ ਗਿਆ। ਵਿਰਾਸਤੀ ਵਿਭਾਗ, ਪੁਲਿਸ ਪ੍ਰਸ਼ਾਸਨਾਂ ਨੂੰ ਦਿੱਤੀਆਂ ਚਿੱਠੀਆਂ ਸਾਡੀਆਂ ਕਿਸੇ ਕੰਮ ਨਾ ਆਈਆਂ। ਇਸ ਲਈ ਹੁਣ ਸਾਡੇ ਕੋਲ ਹੀਰਾ ਰਹਿ ਗਿਆ ਸੀਗਾ, ਸੰਗਤ ਬੁਲਾਈ ਜਾਏ, ਸਿੱਖ ਜਥੇਬੰਦੀਆਂ ਬੁਲਾਈਆਂ ਜਾਣ, ਉਹ ਜੋ ਫੈਸਲਾ ਦੇਣਗੀਆਂ ਅਗਲਾ ਪ੍ਰੋਗਰਾਮ ਉਹਦੇ ਮੁਤਾਬਕ 1 ਅਗਸਤ ਨੂੰ ਇਸੇ ਹੀ ਥੜੇ ਉੱਤੋਂ ਦਿੱਤਾ ਜਾਵੇਗਾ। ਭਾਈ ਸਾਹਿਬ, ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਮੇਟੀ ਦਾ ਪ੍ਰਧਾਨ ਬਣ ਗਿਆ। ਸਮੇਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਸਿਆਸੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਜਾਂਦੇ ਸਨ ਕਿ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀ ਕਿ ਬੇਦਮੀ ਦੇ ਜਿਨ੍ਹਾਂ ਨੇ ਕੀਤੀ ਆ ਉਹ ਦੋਸ਼ੀਆਂ ਨੂੰ ਜਿਹੜਾ ਆ ਜੇਲ੍ਹ ਦੇ ਅੰਦਰ ਕੀਤਾ ਜਾਊਗਾ। ਪਰ ਹੁਣ ਤੁਹਾਨੂੰ ਕੀ ਲੱਗਦਾ ਆ ਕਿ ਪ੍ਰਧਾਨ ਬਣ ਗਏ ਨੇ, ਕੀ ਹੁਣ ਜਿਹੜੇ ਜਿਨ੍ਹਾਂ ਦੁਆਰਾ ਬੇਦਬੀ ਕੀਤੀ ਗਈ ਸੀ ਉਹ ਦੋਸ਼ੀ ਜਿਹੜੇ ਨੇ ਗਿਰਫਤ ਦੇ ਵਿੱਚ ਹੋਣਗੇ? ਹਾਂ, ਇਹ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ 'ਤੇ ਇਹ ਗੱਲ ਤਾਂ ਸਾਹਮਣੇ ਆ ਜਾਏਗੀ ਨਾ। ਅੱਗੇ ਤਾਂ ਇਹ ਕਹਿੰਦੇ ਸੀ ਹਮ ਤੋਂ ਕਰਨਾ ਚਾਹਤੇ ਹੈ ਉਹ ਕਰਨੇ ਨਹੀਂ ਦੇਤੇ, ਪਰ ਹੁਣ ਇਹ ਕਹਿ ਨਹੀਂ ਸਕਦਾ। ਕਿਉਂ? ਹੁਣ ਖੁਦ ਪ੍ਰਧਾਨ ਹੈ। ਅਤੇ ਸਿੱਧੂ ਸਾਹਿਬ ਖੁਦ ਜੇ ਪ੍ਰਧਾਨ ਬਣ ਕੇ ਆਏ ਨੇ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਫਿਰ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਕਿ 328 ਸਰੂਪ ਮਹਾਰਾਜ ਜੀ ਦੇ ਹੋਣ, ਚਾਹੇ ਉਹ ਬਰਗਾੜੀ ਦੀ ਘਟਨਾ ਹੋਵੇ, ਚਾਹੇ ਉਹ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੀ ਘਟਨਾ ਹੋਵੇ, ਦੋਸ਼ੀ ਸਾਹਮਣੇ ਨੇ, ਪੜਤਾਲੀਆ ਰਿਪੋਰਟ ਟੇਬਲ 'ਤੇ ਹੈ, ਸ਼ਿਕਾਇਤ ਕਰਤੇ ਦੀਆਂ ਚਿੱਠੀਆਂ
ਉਹਨਾਂ ਦਫ਼ਤਰਾਂ 'ਚ ਪਈਆਂ ਹੋਈਆਂ ਨੇ। ਤੇ ਫਿਰ ਸਿੱਧੂ ਸਾਹਿਬ ਦਿਨ ਰਾਤ ਦੀ ਉਡੀਕ ਕੀ ਕਰਦੇ ਨੇ, ਫਿਰ ਉਹਨਾਂ ਨੂੰ ਆਰਡਰ ਦੇ ਦੇਣੇ ਚਾਹੀਦੇ ਸੀ ਆਉਂਦਿਆਂ ਵੀ ਸਭ ਤੋਂ ਪਹਿਲਾਂ ਇਹ ਮੁਕੱਦਮੇ ਦਰਜ ਕਰਕੇ ਇਹ ਦੋਸ਼ੀ ਅੰਦਰ ਕੀਤੇ ਜਾਣ, ਫਿਰ ਤਾਂ ਇਹ ਬਣਦਾ ਸੀਗਾ। ਹੁਣ ਆਉਣ ਵਾਲੇ ਦਿਨਾਂ 'ਚ ਦੇਖੋ ਤਿਲਾਂ 'ਚ ਕਿੰਨਾ ਕੁ ਤੇਲ ਹੈ, ਸਾਹਮਣੇ ਆ ਜਾਊਗਾ। ਤੇ ਜੇ ਪ੍ਰਧਾਨ ਬਣ ਕੇ ਉਹ 328 ਸਰੂਪਾਂ ਦੀ ਗੱਲ ਨਾ ਕਰ ਸਕਿਆ, ਦੋਸ਼ੀ ਕਾਂਡ ਇਹ ਜਿਹੜੇ ਬੰਦੇ ਨੇ ਨਾ ਫੜ ਸਕਿਆ, ਤੇ ਪੰਜਾਬ ਦੇ ਲੋਕੋ ਫਿਰ ਇਸ ਸਿੱਧੂ ਸਾਹਿਬ ਤੇ ਕੋਈ ਭਰੋਸਾ ਨਾ ਕਰਿਓ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਕਰ ਸਕਿਆ। ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਰਹਿਬਰ ਨੇ, ਸਮੁੱਚੀ ਮਾਨਵਤਾ ਨੂੰ ਕਲਾਵੇ 'ਚ ਲੈ ਕੇ ਪਿਆਰ ਦੇਣ ਵਾਲੇ ਨੇ। ਫਿਰ ਉਹਨਾਂ ਤੋਂ ਬਾਕੀ ਆਸਾਂ ਉਮੀਦਾਂ ਕਰਨੀਆਂ ਇਹ ਬੇਵਕੂਫੀ ਹੋ ਸਕਦੀ ਹੈ। ਪਰ ਕੀ ਲੱਗਦਾ ਤੁਹਾਨੂੰ, ਕਿਉਂਕਿ ਗੱਲ ਕੀਤੀ ਜਾਂਦੀ ਸੀ ਕੈਪਟਨ ਦੇ ਬਾਦਲ ਜਿਹੜੇ ਨੇ ਰਲੇ ਹੋਏ ਨੇ, ਤਾਂ ਕਰਕੇ ਹੀ ਜਿਹੜਾ 4.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ ਗਈ। ਕੀ ਹੁਣ ਤੁਹਾਨੂੰ ਲੱਗਦਾ ਕਿ ਜੇਕਰ ਸਿੱਧੂ ਕਰਨਾ ਵੀ ਚਾਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹਦੇ ਵਿੱਚ ਦਖਲ ਨਹੀਂ ਦੇਵੇਗਾ, ਔਰ ਜੇਕਰ ਕੈਪਟਨ ਦਖਲ ਦਿੰਦਾ ਹੈ ਤਾਂ ਸਿੱਧੂ ਵੱਲੋਂ ਉਹਦਾ ਕੀ ਜਵਾਬਦੇਹੀ ਹੋਏਗੀ? ਇਹ ਸਿੱਧੂ ਸਾਹਿਬ ਵੀ ਦੱਸਣ ਕਿ ਉਹਨਾਂ ਨੇ ਪ੍ਰਧਾਨਗੀ ਕਾਹਦੇ ਲਈ ਲਈ ਆ। ਜੇ ਉਸ ਪ੍ਰਧਾਨਗੀ ਦੇ ਵਿੱਚ ਕੋਈ ਕੰਮ ਹੀ ਹੈ ਨਹੀਂ, ਪ੍ਰਧਾਨ ਮੁੱਖ ਮੰਤਰੀ ਨੂੰ ਕੰਨੋਂ ਫੜ ਕੇ ਲਾ ਵੀ ਸਕਦਾ ਹੈ ਤੇ ਸਰੋਪਾ ਪਾ ਕੇ ਲਾ ਵੀ ਸਕਦਾ ਹੈ, ਪ੍ਰਧਾਨ ਹੈ। ਤੇ ਜੇ ਉਹਦੇ ਪੱਲੇ ਇੰਨਾ ਕੁਛ ਹੈ ਨਹੀਂ ਆ ਤੇ ਫਿਰ ਸਾਫ਼ ਹੈ ਕਿ ਇਹ ਤਾਂ ਫਿਰ ਚੰਦਾ ਵੀ ਦੇਤੇ हैं मैं खाने में भी जाते हैं खुदा भी राजी रहे शैतान भी नाराज ना हो। ਤਾਂ ਗੱਲ ਕਰਾਂਗੇ, ਤੁਸੀਂ ਪੁਰਾਤਨ ਇਮਾਰਤਾਂ ਦਾ ਮਸਲਾ ਚੁੱਕਿਆ ਸੀ ਤੇ SGPC ਵੱਲੋਂ ਜਿਹੜਾ ਉਸ ਗੱਲ 'ਤੇ ਗੌਰ ਨਹੀਂ ਕੀਤਾ ਗਿਆ, ਸਗੋਂ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਹਦੇ 'ਤੇ ਹੀ ਉਹਨਾਂ ਨੇ ਜਿਹੜਾ ਆਪਣਾ ਕੰਮ ਮੁਕੰਮਲ ਕਰ ਲਿਆ। ਤਾਂ ਕਿਵੇਂ ਵੇਖਦੇ ਹੋ ਕਿ ਉਹ ਤੁਹਾਡੀ ਗੱਲ ਨੂੰ ਅਣਗੌਲਿਆ ਕੀਤਾ ਗਿਆ? ਉਹਨਾਂ ਸਾਡੀ ਗੱਲ ਨੂੰ ਅਣਗੌਲਿਆ ਨਹੀਂ ਕੀਤਾ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਇਹ ਸਮੁੱਚੇ ਸਿੱਖ ਜਗਤ ਦੀ ਗੱਲ ਆ, ਕਿਉਂਕਿ ਸਮੁੱਚੇ ਸਿੱਖ ਜਗਤ ਦੇ ਅਸੀਂ ਕੀਰਤਨੀਏ, ਨਾ ਕਿ ਬਾਦਲ ਕਿਆਂ ਦੇ। ਸਮੁੱਚੇ ਸਿੱਖ ਜਗਤ ਦੀ ਜਿਹੜੀ ਆਵਾਜ਼ ਹੈ ਉਹ ਆਏ ਅਸੀਂ ਕੀਰਤਨੀਏ ਗੁਰੂ ਘਰ ਦੇ। ਔਰ ਉਹ ਆਵਾਜ਼ ਜਿਹੜੀ ਸੀ, ਜੇ ਇਹਨਾਂ ਬਾਦਲ ਕਿਆਂ ਨੂੰ ਚੰਗੀ ਨਹੀਂ ਲੱਗੀ, ਇੱਥੋਂ ਸਾਫ਼ ਹੈ ਇਹ ਅਕਾਲੀ ਦਲ ਨਹੀਂ, ਇਹ ਕਾਲੀ ਦਾਲ ਹੈ। ਤੇ ਕਾਲੀ ਦਾਲ ਨੇ ਉਹੀ ਕੀਤਾ ਹੈ ਜੋ ਸਿੱਖ ਵਿਰੋਧੀ ਤਾਕਤਾਂ ਨੂੰ ਚੰਗਾ ਲੱਗਦਾ ਸੀ, ਤੇ ਜੋ ਸਿੱਖਾਂ ਨੂੰ ਚੰਗਾ ਲੱਗਦਾ ਹੈ ਉਹਦੇ ਹਮੇਸ਼ਾ ਉਲਟ ਚੱਲਦੇ ਨੇ। ਚਾਹੇ ਉਹ ਗੁਰੂ ਕੀਆਂ ਵਿਰਾਸਤਾਂ ਹੋਣ, ਗੁਰੂ ਕੇ ਬਾਗ ਹੋਣ, ਇਹਨਾਂ ਗੁਰਦੁਆਰਿਆਂ ਦੇ ਵਿੱਚੋਂ ਸਾਡੇ ਪਿੱਪਲ ਸਾਹਿਬ, ਪਿਪਲੀ ਸਾਹਿਬ, ਟਾਹਲੀ ਸਾਹਿਬ, ਬੋੜੀ ਸਾਹਿਬ, ਬੇਰ ਸਾਹਿਬ, ਅੰਬ ਸਾਹਿਬ, ਜੰਡ ਸਾਹਿਬ, ਪਲਾਹ ਸਾਹਿਬ, ਇਹਨਾਂ ਚੁਣ ਚੁਣ ਕੇ ਵੱਢ ਦਿੱਤੇ ਨੇ ਜੀ। ਇਹਦਾ ਮਕਸਦ ਸਾਫ਼ ਹੈ, ਇਹ ਗੁਰੂ ਕੀ ਕੋਈ ਨਿਸ਼ਾਨੀ ਨਹੀਂ ਰਹਿਣ ਦੇਣਾ ਚਾਹੁੰਦੇ। ਇਹ ਉਹ ਜਸ ਪੱਤ ਤੇ ਲੱਖ ਪੱਤ ਦੀ ਔਲਾਦ ਨੇ ਜਿਨ੍ਹੇ ਕਦੇ ਹੁਕਮ ਚਾੜੇ ਕਿ ਸਿੱਖ ਗੁੜ ਦੀ ਢੇਲੀ ਨੂੰ ਗੁੜ ਵੀ ਨਾ ਆਖਣ, ਭੇਲੀ ਆਖਣ, ਕਿਉਂਕਿ ਗੁੜ ਕਹਿਣ ਨਾਲ ਵੀ ਸਿੱਖਾਂ ਨੂੰ ਗੁਰੂ ਚੇਤੇ ਆਉਂਦਾ ਹੈ। ਇਹਨਾਂ ਨੇ ਵਿਰਾਸਤਾਂ ਖਤਮ ਕਰਵਾਈਆਂ, ਜ਼ਮੀਨਾਂ ਖਤਮ ਕਰਵਾਈਆਂ, ਗੁਰੂ ਕੇ ਬਾਗ ਖਤਮ ਕੀਤੇ, ਇੱਥੋਂ ਤੱਕ ਕਿ ਜਿਹੜੇ ਦਰਵਾਜ਼ੇ ਦਰਬਾਰ ਸਾਹਿਬ ਦੇ ਨੇ ਉਹਨਾਂ ਨੂੰ ਵੀ ਇਹ ਬੇਈਮਾਨ ਸੋਮਨਾਥ ਮੰਦਰ ਨਾਲ ਜੋੜਦੇ ਫਿਰਦੇ ਨੇ ਵੀ ਭਾਈ ਸਿੱਖੋ, ਸੋਮਨਾਥ ਮੰਦਰ ਦੀ ਆਪਣੀ ਡਿਉੜੀ ਹੈ ਔਰ ਇੱਥੇ ਦੀ ਦਰਬਾਰ ਸਾਹਿਬ ਦੀ ਆਪਣੀ ਹੈ। ਸਿੱਖਾਂ ਨੇ ਅੱਜ ਤੱਕ ਕਿਸੇ ਦਾ ਚੋਰੀ ਦਾ ਮਾਲ ਗੁਰੂ ਘਰ ਵਿੱਚ ਨਹੀਂ ਲਿਆਉਣ ਦਿੱਤਾ ਕਿਸੇ ਨੂੰ। ਇੱਥੇ ਕਿਰਤ ਕਰਕੇ ਨਾਮ ਜਪਣ ਤੇ ਵੰਡ ਛਕਣ ਵਾਲੇ ਆਏ ਆ। ਇਹ ਜਿਹੜੇ ਸਾਡੇ ਦਰਵਾਜ਼ੇ ਸਾਡੇ ਸਿੱਖ ਸਰਦਾਰਾਂ ਨੇ ਦਰਬਾਰ ਸਾਹਿਬ ਚਾੜੇ ਸੀ, ਇਹਨਾਂ ਦੀ ਨਰੈਣੂ ਮਹੰਤਾਂ ਤੇ ਕਸ਼ਮੀਰ ਸਿੰਘ ਬਾਬੇ ਭੂਰੀ ਵਾਲੇ ਦੀ ਮਿਲੀ ਭੁਗਤ ਨੇ ਉਹ ਵੀ ਸਾਡੇ ਤੋਂ ਖੋਹ ਲੈ ਮੁਰੰਮਤ ਦੇ ਨਾਮ ਹੇਠ ਉਤਾਰੇ ਗਏ। 9 ਸਾਲ ਮੀਂਹ ਦੇ ਵਿੱਚ ਰੱਖ ਕੇ ਖਰਾਬ ਕੀਤੇ ਗਏ ਔਰ 3 ਮਹੀਨਿਆਂ ਦੇ ਵਿੱਚ ਨਵੇਂ ਦਰਵਾਜ਼ੇ ਬਣਾ ਕੇ ਲਾ ਦਿੱਤੇ, ਦਰਵਾਜ਼ੇ ਵੀ ਲਾ ਦਿੱਤੇ ਔਰ 9 ਸਾਲ ਉਹਦੀ ਕਮਾਈ ਵੀ ਖਾ ਲਈ। ਜੇ ਉਤਰਾ ਲਾਉਂਦੇ ਤਾਂ ਸਿੱਖਾਂ ਨੇ ਵਿਰੋਧ ਕਰਨਾ ਸੀ, ਹੁਣ ਉਹਨੇ ਲਾਈ ਇਸ ਢੰਗ ਨਾਲ। ਉਹ ਕਹਿੰਦੇ ਕਿਸੇ ਨੇ ਪਿੱਪਲ ਪੁੱਟਣਾ ਸੀ, ਵਿਰੋਧ ਹੋਇਆ, ਉਹਨੇ ਫਿਰ ਬਾਬਾ ਬਣ ਗਿਆ ਜੀ। ਉਹਨੇ ਪਿੱਪਲ ਨੂੰ ਰੋਜ਼ ਮਿੱਠਾ ਪਾਣੀ ਪਾਉਣਾ ਸ਼ੁਰੂ ਕੀਤਾ। ਜਿਹੜੇ ਵਿਰੋਧ ਕਰਨ ਵਾਲੇ ਸੀ ਉਹ ਪਿੱਛੇ ਹਟ ਗਏ ਵੀ ਹੁਣ ਤਾਂ ਉਹ ਮਾੜਾ ਕੰਮ ਨਹੀਂ ਕਰਦਾ, ਪਿੱਪਲ ਦੀ ਸੇਵਾ 'ਚ ਲੱਗ ਗਿਆ। ਕਿਸੇ ਨੇ ਪੁੱਛਿਆ ਪਹਿਲੇ ਦਿਨ ਤੇਰਾ ਵਿਰੋਧ ਹੋਇਆ ਪਿੱਪਲ ਦੇ ਵੱਢਣ ਤੋਂ, ਤੂੰ ਅੱਜ ਕੱਲ੍ਹ ਮਿੱਠੇ ਪਾਣੀ ਪਾਉਣੇ ਸ਼ੁਰੂ ਕਿਉਂ ਕੀਤੇ? ਉਹ ਕਹਿੰਦਾ ਇਹਨਾਂ ਮੂਰਖਾਂ ਤੋਂ ਵਾਹਵਾ ਵੀ ਖੱਟਣੀ ਹੈ ਤੇ ਪਿੱਪਲ ਵੀ ਪੁੱਟਣਾ ਹੈ, ਇਸ ਲਈ ਉਹਨੇ ਮਿੱਠੇ ਪਾਣੀ ਦਾ ਘੋਲ ਰੋਜ਼ ਪਾਉਣਾ। ਜੜ੍ਹਾਂ ਦੇ ਵਿੱਚ ਕੀੜਿਆਂ ਨੇ ਭੌਂ ਬਣਾਈ,
ਇੱਕ ਦਿਨ ਹਨੇਰੀ ਦਾ ਬੁੱਲਾ ਆਉਂਦਾ ਹੈ, ਉਹ ਖੋਖਲੀਆਂ ਜੜ੍ਹਾਂ ਹੋਣ ਕਰਕੇ ਪਿੱਪਲ ਨੂੰ ਪੁੱਠਾ ਕਰ ਗਿਆ, ਪਿੱਪਲ ਵੀ ਪੁੱਟਿਆ ਗਿਆ ਤੇ ਵਾਹ ਵੀ ਖੱਟੀ ਗਈ। ਉਵੇਂ ਹੀ ਇਹ ਬਾਬੇ ਭੂਰੀ ਵਾਲੇ ਨੇ ਕੀਤਾ ਹੈ, ਜਿਨ੍ਹਾਂ ਦੇ ਘਰਾਂ 'ਚ ਜਾਂਦੇ ਨੇ ਉਹ ਪੈਸੇ ਵੀ ਦਿੰਦੇ ਨੇ, ਪੈਰ ਵੀ ਧਵਾਉਂਦੇ ਨੇ, ਆਪਣੀਆਂ ਜੜ੍ਹਾਂ ਵੀ ਪਟਵਾਉਂਦੇ ਨੇ ਤੇ ਬੜੇ ਖੁਸ਼ ਹੁੰਦੇ ਨੇ। ਇਹਨਾਂ ਵਰਗਾ ਮਹਾਂਪੁਰਸ਼ ਕੋਈ ਨਹੀਂ, ਸੱਚਾਈ ਹੈ। ਤੇ ਸੰਗਤ ਜੀ, ਇਹ ਤੁਹਾਡੀਆਂ ਪੁਰਾਤਨ ਵਿਰਾਸਤਾਂ ਤੇ ਘਵਾੜਾ ਕਾਰ ਸੇਵਾ ਦੇ ਨਾਮ ਹੇਠ ਚੱਲਿਆ, ਅਜੇ ਤੱਕ ਰੁਕਿਆ ਨਹੀਂ। 1 ਅਗਸਤ ਨੂੰ ਜ਼ਰੂਰ ਪਹੁੰਚੋ ਤਾਂ ਜੋ ਮਤੇ ਪਾਸ ਕਰਕੇ ਸੰਗਤ ਨੂੰ ਦਿੱਤੇ ਜਾਣ, ਜਿਨ੍ਹਾਂ ਤੇ ਪਹਿਰਾ ਦੇ ਕੇ ਅਸੀਂ ਆਪਣੀਆਂ ਵਿਰਾਸਤਾਂ ਬਚਾਉਣੀਆਂ ਨੇ। ਔਰ ਇਹ ਨਰੈਣੂ ਕੋੜਮਾ ਧੜਾ ਧੜ ਲੱਗਾ ਹੋਇਆ ਹੈ। ਇਹਨਾਂ ਨੇ ਕੋਈ ਵੀ ਚੀਜ਼ ਤੁਹਾਡੀ ਅਜਿਹੀ ਨਹੀਂ ਰਹਿਣ ਦੇਣੀ ਜਿਹਨੂੰ ਵੇਖ ਕੇ ਸਾਡੀ ਆਉਣ ਵਾਲੀ ਪਨੀਰੀ ਨੂੰ ਕਿਧਰੇ ਸਿੱਖੀ ਦੀ ਕਿਰਨ ਜਾਂ ਸਿੱਖੀ ਸਿਧਾਂਤ ਨਜ਼ਰ ਆ ਜਾਣ। ਇਹ ਤਾਂ ਇਹ ਚਾਹੁੰਦੇ ਨੇ ਕਿ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਆਉਣ ਸਿੱਖਾਂ ਦੇ ਬੱਚੇ ਜਦੋਂ ਦਰਸ਼ਨ ਕਰਕੇ ਜਾਣ ਤੇ ਉਹਨਾਂ ਨੂੰ ਪੁੱਛੋ, ਬੱਚਿਓ ਅੰਮ੍ਰਿਤਸਰ ਸਾਹਿਬ ਗਏ ਹੀ ਕੀ ਵੇਖ ਕੇ ਆਏ? ਉਹ ਕਹਿੰਦੇ ਜੀ ਕੁਲਚੇ ਛੋਲੇ ਅੰਮ੍ਰਿਤਸਰੀ, ਭਰਾਵਾਂ ਦਾ ਢਾਬਾ, ਆਹ ਨੱਚਦੇ ਬੁੱਤ ਜਿਹੜੇ ਇੱਥੋਂ ਉਦੋਂ ਸਿੱਖਾਂ ਨੇ ਪੁੱਟੇ ਸੀਗੇ, ਆਹ ਕੁਛ ਇਹਨਾਂ ਨੇ ਤੁਹਾਨੂੰ ਪਰੋਸ ਕੇ ਦਿੱਤਾ ਜੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਇਹਨਾਂ ਨੇ ਉਹ ਧਰਮ, ਦਇਆ, ਸੰਤੋਖ, ਉਹ ਤਾਂ ਸਾਰਾ ਤੁਹਾਡੇ ਤੋਂ ਖੋਹ ਲਿਆ ਗਿਆ ਹੈ। ਇਸ ਲਈ ਤੁਹਾਡੇ ਬੱਚਿਆਂ ਨੂੰ ਸਿੱਖੀ ਤੋਂ ਤੋੜਨ ਲਈ ਇਹ ਸਾਰਾ ਛੜਯੰਤਰ ਰਚਿਆ ਗਿਆ, ਜਿਹੜਾ ਕਾਰ ਸੇਵਾ ਦੇ ਨਾਮ ਹੇਠ ਵੱਡਾ ਮਾਫੀਆ ਚੱਲ ਰਿਹਾ ਹੈ। ਟਾਵੇਂ ਕੋਈ ਮਹਾਂਪੁਰਸ਼ ਹੋ ਸਕਦੇ, ਮੈਂ ਕਹਿ ਨਹੀਂ ਸਕਦਾ, ਪਰ ਜਿੰਨੇ ਹੁਣ ਤੱਕ ਵੇਖੇ ਨੇ ਕਿਸੇ ਨੇ ਵੀ ਗੁਰੂ ਘਰ ਨਾਲ ਕੋਈ ਘੱਟ ਨਹੀਂ ਜੇ ਕੀਤੀ। ਕੋਈ ਠੇਕੇਦਾਰੀ ਕਰੇ, ਕੋਈ ਸਾਨੂੰ ਉਹਦੇ ਤੇ ਦੁੱਖ ਨਹੀਂ, ਪਰ ਜਦੋਂ ਕੋਈ ਕੁੜਤੀ ਪਾ ਕੇ ਠੇਕੇਦਾਰੀ ਕਰਦਾ ਹੈ ਨਾ, ਉਦੋਂ ਫਿਰ ਮਨ ਨੂੰ ਠੇਸ ਬਹੁਤ ਲੱਗਦੀ ਹੈ। ਇਸ ਲਈ ਸੰਗਤ ਨੂੰ ਸੁਚੇਤ ਕਰਦੇ ਹਾਂ, 1 ਅਗਸਤ ਨੂੰ ਜ਼ਰੂਰ ਆਓ। ਭਾਈ ਸਾਹਿਬ, ਬੀਬੀ ਜਗੀਰ ਕੌਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਸਿੱਖੀ ਨੂੰ ਲੈ ਕੇ ਮਸਲਾ ਹੈਗਾ ਤਾਂ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ, ਪਬਲਿਕ ਜਾਂ ਮੀਡੀਆ ਦੇ ਵਿੱਚ ਉਸ ਨੂੰ ਨਾ ਉਜਾਗਰ ਕੀਤਾ ਜਾਵੇ। ਕਿਵੇਂ ਵੇਖਦੇ ਹੋ ਉਹਨਾਂ ਦੇ ਬਿਆਨ ਨੂੰ? ਜੇ ਇਸ ਗੱਲ ਨੂੰ ਤੁਸੀਂ ਵੇਖਦੇ ਹੋ ਤਾਂ 328 ਸਰੂਪ ਚੋਰੀ ਜੋ ਵੇਚੇ ਗਏ ਆ ਬਾਦਲ ਕੋੜਮੇ ਵੱਲੋਂ, ਬਿਲਕੁਲ ਤੁਸੀਂ ਮੀਡੀਆ 'ਚ ਨਾ ਜਾਓ, ਬਾਹਰ ਰੌਲਾ ਨਾ ਪਾਓ। ਅਕਾਲ ਤਖਤ ਸਾਹਿਬ ਤੇ ਅਸੀਂ ਤਾਂ ਮੱਥਾ ਟੇਕਣ ਵੀ ਜਾਈਏ, ਇਹਨਾਂ ਦੀ ਟਾਸਕ ਫੋਰਸ ਗੁੰਡਾ ਬ੍ਰਿਗੇਡ ਪਹਿਲਾਂ ਡਾਂਗਾਂ ਲੈ ਕੇ, ਕਿਰਪਾਨਾਂ ਲੈ ਕੇ ਖੜੀ ਹੁੰਦੀ ਆ ਸਿੱਖ ਨੌਜਵਾਨਾਂ ਨੂੰ ਕੁੱਟਣ ਵਾਸਤੇ, ਤੇ ਫਿਰ ਉਹ ਸਿੱਖ ਬੈਠ ਕੇ ਕਿੱਥੇ ਗੱਲ ਕਰਨ? ਇੱਥੇ ਹੀ ਕਰਨਗੇ ਨਾ। ਤੇ ਜੇ ਉਹਨਾਂ ਨੂੰ ਕੋਈ ਮਾੜੀ ਮੋਟੀ ਕੋਈ ਚਿਣਗ ਉਹਨਾਂ ਦੇ ਅੰਦਰ ਹੈ ਤੇ ਫਿਰ ਆ ਥੜੇ ਤੇ 9 ਮਹੀਨੇ ਬੈਠਿਆਂ ਨੂੰ ਹੋ ਗਏ, ਇਹਨਾਂ ਨੂੰ ਸ਼ਰਮ ਨਾ ਆਈ ਵੀ ਅਸੀਂ ਜਾ ਕੇ ਗੱਲ ਕਰੀਏ? ਦੋਸ਼ੀ ਫੜਨ ਦੀ ਗੱਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਕਰਦਾ ਹੈ, ਇਹਨਾਂ ਦਾ ਜਥੇਦਾਰ ਸਾਡਾ ਨਹੀਂ, ਇਹਨਾਂ ਦਾ ਕਰਦਾ ਹੈ ਵੀ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਹੋਣਗੇ। ਕਰਾ ਦਿਓ ਨਾ, ਹੁਣ ਤੱਕ ਕਰਾਏ ਕਿਉਂ ਨਹੀਂ? ਦੋਸ਼ੀ ਕਿਉਂ ਬਚਾਏ ਹੋਏ ਨੇ, ਉਹ ਤੁਹਾਡੇ ਲੱਗਦੇ ਕੀ ਨੇ? ਇਸ ਲਈ ਬੇਨਤੀ ਕਰਦਾ ਏ, ਜਦੋਂ ਸਭ ਕੀ ਕਾਰਨ ਆ, ਕਿਉਂ ਬਚਾਇਆ ਜਾ ਰਿਹਾ? ਇਹ ਤਾਂ ਸ਼ੁਰੂ ਤੋਂ ਦੇਖੋ ਜੀ, ਮੈਂ ਪਹਿਲੀ ਗੱਲ ਪੂਰੀ ਕਰਦੇ ਹਾਂ ਕਿ ਜਦੋਂ ਸਰਕਾਰਾਂ, ਪ੍ਰਸ਼ਾਸਨ, ਅਦਾਲਤਾਂ ਆਵਾਜ਼ ਸੁਣਨੀ ਆਵਾਮ ਦੀ ਬੰਦ ਕਰ ਦੇਣ, ਆਵਾਮ ਫਿਰ ਆਪਣੀ ਆਵਾਜ਼ ਸੜਕਾਂ ਤੇ ਨਿਕਲ ਕੇ ਬੁਲੰਦ ਕਰਦਾ ਹੈ। ਸਾਡੀ ਆਵਾਜ਼ ਅਕਾਲ ਤਖਤ ਸਾਹਿਬ ਤੇ ਸੁਣੀ ਜਾਣੀ ਸੀ, ਅਕਾਲ ਤਖਤ ਸਾਹਿਬ ਤੇ ਕੇਵਲ ਬਾਦਲਕਿਆਂ ਦੀ ਆਵਾਜ਼ ਸੁਣੀ ਜਾਂਦੀ, ਹੋਰ ਕਿਸੇ ਦੀ ਨਹੀਂ। ਇਸ ਲਈ ਸਾਨੂੰ ਇਹ ਥੜੇ ਅੱਜ ਜਿਹੜੇ ਸੀ ਉਹ ਲੱਭ ਕੇ ਇੱਥੇ ਚੌਂਕਾਂ 'ਚ ਬਹਿ ਕੇ ਆਵਾਜ਼ ਦੇਣੀ ਪਈ। ਇਹ ਕੋਈ ਸਾਡਾ ਸ਼ੌਂਕ ਨਹੀਂ ਸੀ, ਇਹਨਾਂ ਲੋਕਾਂ ਨੇ ਸਾਡੀ ਮਜਬੂਰੀ ਬਣਾਈ ਹੈ। ਇਸ ਲਈ ਇੱਥੇ ਬਹਿ ਕੇ ਆਵਾਜ਼ ਦੇਣਾ ਸਾਡੀ ਮਜਬੂਰੀ ਹੈ। ਔਰ ਜਿੱਦਣ ਕਿਤੇ ਅਕਾਲੀ ਫੂਲਾ ਸਿੰਘ ਬਹਾਲ ਹੋਵੇਗਾ, ਉਦਣ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਗੱਲ ਕਰਾਂਗੇ ਜੀ। ਤਾਂ ਭਾਈ ਸਾਹਿਬ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹ ਸੰਘਰਸ਼ ਕਰ ਰਹੇ ਹੋ, ਕਿੰਨਾ ਲੰਬਾ ਸਮਾਂ ਚੱਲ ਸਕਦਾ ਤੁਹਾਡਾ ਇਹ ਸੰਘਰਸ਼? ਸੰਘਰਸ਼ਾਂ ਦਾ ਕੋਈ ਸਮਾਂ ਨਹੀਂ ਹੁੰਦਾ, ਇਹ ਅਕਸਰ ਸਮੇਂ ਦੀ ਬੁੱਕਲ 'ਚ ਹੋਇਆ ਕਰਦੇ ਆ। ਕਦੇ ਗੁਰੂ ਨਾਨਕ ਸਾਹਿਬ ਜੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ ਤੇ 239 ਸਾਲ ਚਲਿਆ ਜਾਂਦਾ ਹੈ, ਫਿਰ ਜਾ ਕੇ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਤੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ, ਕਦੇ 12 ਮਿਸਲਾਂ ਦਾ ਹੁੰਦਾ ਹੈ, ਕਦੇ ਸ਼ੇਰੇ ਪੰਜਾਬ ਦਾ ਹੁੰਦਾ ਹੈ, ਤੇ ਕਦੇ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਕਰੀਬਨ
ਸਿੱਖਾਂ ਨੂੰ 200 ਸਾਲ ਹੋ ਚੱਲੇ ਹੈ ਦਸ਼ਾ ਤੇ ਦਿਸ਼ਾਹੀਣ ਹੋਇਆਂ ਨੂੰ। ਜਿੰਨਾ ਚਿਰ ਨਰੈਣੂ ਕੋੜਮਾ ਅਕਾਲ ਤਖਤ ਸਾਹਿਬ ਤੋਂ ਬਾਦਲ ਕਿਆਂ ਦਾ ਦੂਰ ਨਹੀਂ ਹੁੰਦਾ, ਅਕਾਲ ਤਖਤ ਤੋਂ ਇਹਨਾਂ ਦਾ ਕਬਜ਼ਾ ਨਹੀਂ ਟੁੱਟ ਜਾਂਦਾ, ਸਿੱਖ ਨੀਤੀ ਬਹਾਲ ਨਹੀਂ ਹੋ ਜਾਂਦੀ, ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ। ਔਰ ਇਹ ਵੇਖੋ ਕਿੰਨੀਆਂ ਪੀੜ੍ਹੀਆਂ ਤੱਕ ਚੱਲਦਾ ਹੈ, ਕਿਉਂਕਿ ਦੁਸ਼ਮਣ ਨੇ ਤਾਣੀਆਂ ਬਹੁਤ ਸਾਰੀਆਂ ਬੁਣ ਦਿੱਤੀਆਂ ਨੇ, ਜਿਨ੍ਹਾਂ ਨੂੰ ਪਾਰ ਕਰਕੇ ਅੱਗੇ ਸਾਨੂੰ ਲੰਘ ਕੇ ਜਾਣਾ ਪੈਣਾ ਹੈ। ਭਾਈ ਸਾਹਿਬ, ਜੇਕਰ ਐਸਜੀਪੀਸੀ ਦੀ ਇਲੈਕਸ਼ਨ ਹੁੰਦੀ ਆ ਤਾਂ ਕੀ ਲੋਕ ਬਦਲਾਵ ਲਿਆਉਣਗੇ? ਬਿਲਕੁਲ ਲਿਆਉਣਗੇ ਜੀ, ਕਿਉਂਕਿ 2017 ਦੀ ਇਲੈਕਸ਼ਨ ਦਿੱਲੀ ਜਾ ਕੇ ਅਸਾਂ ਲੜੀ। ਇੱਕ ਪਾਸੇ ਰਾਜਨੀਤਿਕ 4-5 ਪਾਰਟੀਆਂ ਨੇ, ਇੱਕ ਬੰਨੇ ਧਾਰਮਿਕ ਤੇ ਤੌਰ ਤੇ ਇਕੱਲਾ ਹੀ ਸਿੱਖ ਸਦਭਾਵਨਾ ਦਲ ਸੀ। ਜੇ 33% ਵੋਟਾਂ ਟੋਟਲ ਭੁਗਤਦੀਆਂ ਨੇ ਤੇ 8.5% ਵੋਟ ਸਿੱਖ ਸਦਭਾਵਨਾ ਦਲ ਨੂੰ ਦਿੱਲੀ ਦੇ ਸਿੱਖ ਪਾ ਕੇ ਇਸ ਗੱਲ ਦਾ ਸਬੂਤ ਦਿੰਦੇ ਨੇ, ਤੁਸੀਂ ਧਾਰਮਿਕਤਾ ਲਿਆਓ, ਬਦਲਾ ਲਈ ਅਸੀਂ ਤਾਂ ਦਰਵਾਜ਼ੇ ਖੋਲੀ ਬੈਠੇ। ਉਹ ਗੱਲ ਜਿੱਦਣ ਘਰ ਘਰ ਪੰਜਾਬ ਵਿੱਚ ਚਲੀ ਗਈ, ਇਹਨਾਂ ਬਾਦਲਕਿਆਂ ਦੀ ਰਾਜਨੀਤੀ ਨੂੰ ਜੜੋਂ ਪੁੱਟ ਕੇ ਪੰਜਾਬ ਦੇ ਲੋਕ ਸਿੱਖ ਨੀਤੀ ਜ਼ਰੂਰ ਲਿਆਉਣਗੇ। 100 ਸਾਲ ਪਹਿਲਾਂ ਨਰੈਣੂ ਭਜਾਇਆ ਸੀ, ਪੰਥ ਰੁਸ਼ਨਾਇਆ ਸੀ, ਅੱਜ ਵੀ ਇਹ ਨਰੈਣੂ ਭਜਾਉਣਗੇ, ਪੰਥ ਰੁਸ਼ਨਾਉਣਗੇ, ਰਾਜਨੀਤੀ ਕੱਢਣਗੇ ਤੇ ਸਿੱਖ ਨੀਤੀ ਲਿਆਉਣਗੇ। ਪੰਜਾਬ ਦੇ ਲੋਕ ਅੱਜ ਵੀ ਪੱਬਾਂ ਭਾਰ ਨੇ। ਅਫਸੋਸ ਉਹਨਾਂ ਨੂੰ ਹੁਣ ਤੱਕ ਧਾਰਮਿਕਤਾ ਮਿਲੀ ਨਹੀਂ ਸੀ, ਕਿਉਂਕਿ ਧਾਰਮਿਕਤਾ ਦੇ ਨਾਂ ਤੇ ਸਿਆਸੀ ਲੋਕਾਂ ਦੇ ਬਣਾਏ ਹੋਏ ਵਿੰਗ ਜ਼ਰੂਰ ਮਿਲੇ ਨੇ, ਧਾਰਮਿਕਤਾ ਨਹੀਂ ਮਿਲੀ ਜਿਹੜੀ ਕਿ ਸਿੱਖ ਸਦਭਾਵਨਾ ਦਲ ਦੇ ਰਿਹਾ ਹੈ, ਆਉਣ ਵਾਲੇ ਸਮੇਂ 'ਚ ਵੀ ਦੇਗਾ। ਭਾਈ ਸਾਹਿਬ, ਕੀ ਸਮਝਦੇ ਹੋ 2022 ਦੀ ਇਲੈਕਸ਼ਨ ਕਰੀਬ ਆ, ਜੇਕਰ ਮੌਜੂਦਾ ਸਰਕਾਰ ਵੱਲੋਂ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਏਸੀ ਦਾ ਹਰਜਾਨਾ ਜਿਹੜਾ ਆ ਪੰਜਾਬ ਦੇ ਲੋਕ ਦੇਣਗੇ? ਗੁਰਬਾਣੀ ਦੀ ਪੋਥੀ ਫੜ ਕੇ ਝੂਠ ਬੋਲਣ ਵਾਲੇ ਕੈਪਟਨ ਨੂੰ ਖਮਿਆਜਾ ਇਹਦਾ ਭੁਗਤਣਾ ਪੈਣਾ ਹੈ ਜੇ ਕਿਧਰੇ ਉਹਨੇ ਇਹ ਇਨਸਾਫ ਨਾ ਕੀਤਾ। ਔਰ ਨਾਲੇ ਵੀ ਬੇਨਤੀ ਕਰਾਂਗਾ, ਪੰਜਾਬ ਦੇ ਵਿੱਚ ਪੰਜਾਬ 'ਚ ਰਹਿਣ ਵਾਲੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ, ਮੈਂ ਕੋਈ ਸਿਆਸੀ ਨਹੀਂ ਹਾਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਸਰੂਪ, ਬਰਗਾੜੀ ਕਾਂਡ, ਬਾਈਬਲ ਕਲਾਂ, ਬਾਬਾ ਗੁਰਦਿੱਤਾ ਜੀ ਤੇ ਹੋਰ ਵਾਪਰੇ ਕਾਂਡ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਜਿਹੜੀ ਸਰਕਾਰ ਨਹੀਂ ਕਰ ਸਕੀ ਜਾਂ ਆਉਣ ਵਾਲੇ ਜਿਹੜੇ ਨਹੀਂ ਕਰਨਗੇ, ਉਹਨਾਂ ਨੂੰ ਪੰਜਾਬ ਦੇ ਲੋਕ ਬਿਲਕੁਲ ਮੂੰਹ ਨਾ ਲਾਉਣ, ਕਿਉਂਕਿ ਬਾਦਲ ਕੇ ਦੋਸ਼ੀ ਨੇ ਤੇ ਬਾਕੀ ਦੋਸ਼ੀਆਂ ਨੂੰ ਬਚਾਉਣ ਵਾਲੇ ਵੀ ਦੋਸ਼ੀ ਹੀ ਹੋਣਗੇ ਔਰ ਉਹਨਾਂ ਨੂੰ ਲਿਆਉਣ ਵਾਲੇ ਵੀ ਦੋਸ਼ੀ ਹੋਣਗੇ। ਇਸ ਲਈ ਇਹ ਤਾਂ ਗੁਰੂ ਘਰ ਦੇ, ਗੁਰੂ ਪੰਥ ਦੇ ਦੋਖੀ ਬਣ ਚੁੱਕੇ ਨੇ, ਪਰ ਆਪਾਂ ਆਟਾ ਦਾਲ ਸਕੀਮਾਂ ਦੇ ਪਿੱਛੇ ਲੱਗ ਕੇ ਦੋਸ਼ੀ ਨਾ ਬਣੀਏ। ਆਵਾਜ਼ ਦਿੰਦੇ ਆ ਕਿ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਨਾ ਕਰ ਸਕੇ, ਉਹ ਸਿੱਖੋ ਤੁਹਾਡੀ ਸਮਾਜਿਕਤਾ, ਧਾਰਮਿਕਤਾ, ਰਾਜਨੀਤਿਕਤਾ, ਆਰਥਿਕਤਾ, ਜਾਨੀ ਮਾਲੀ ਤੁਹਾਡੀ ਰਾਖੀ ਉਹ ਕਿਵੇਂ ਕਰ ਸਕਦੇ ਨੇ ਔਰ ਉਹਨਾਂ ਤੋਂ ਆਸ ਵੀ ਕੀ ਰੱਖੀ ਜਾ ਸਕਦੀ। ਸੋ ਇਹ ਸਨ ਸਾਡੇ ਨਾਲ ਭਾਈ ਵਡਾਲਾ ਜੀ, ਜਿਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 328 ਸਰੂਪਾਂ ਦਾ ਜਾਂ ਜਿਹੜੀ ਬੇਅਦਬੀ ਹੋਈ ਸੀ, ਜੇਕਰ ਉਹਨਾਂ ਦਾ ਇਨਸਾਫ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਤੇ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੂੰ ਇਸ ਦਾ ਹਰਜਾਨਾ ਭਰਨਾ ਪੈ ਸਕਦਾ ਹੈ। ਤੁਸੀਂ ਇਸ ਤਰ੍ਹਾਂ ਹੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦਾ ਰਹਾਂਗੇ। ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।